साहिब जी। तुमरी शरण तुम्हारी आसा, तुम ही सजन सुहेले। राखो राखण हार दयाला, नानक करके गोले। नाहो जति सती नहीं पड़या, मूरख मुगदा जन्म भया। प्रणवत नानक तिनकी शरणा, जिनतु नाही विसरिया। प्रणवत नानक तिनकी शरणा, जिनतु नाही विसरिया। जागदी जोत बाणी के बोहित, राजान राज पानान पान। देवान देव उपमा महान सतगुरु। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀਆਂ ਨੇ ਬੜੇ ਪ੍ਰੇਮ ਸਹਿਤ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। आओ अज नानक साही सम्मत का 553 साल आरंभ होया है। उसकी आमद दे विच गुरु महाराज जी वालों बख्शी पावन पवित्र बाणी दी विचार 12 माज महला 5वां दे सिलेख हेठ जो गुरु अर्जन देव जी महाराज ने ਅੰਮ੍ਰਿਤਮਈ ਬਾਣੀ ਸਾਡੀ ਝੋਲੀ 'ਚ ਪਾਈ ਅਤੇ ਸਾਨੂੰ ਹਰ ਇੱਕ ਮਹੀਨੇ ਰਾਹੀਂ ਉਪਦੇਸ਼ ਦਿੱਤਾ ਕਿ ਅਸੀਂ ਕਰਨਾ ਕੀ ਹੈ ਔਰ ਪਰਮੇਸ਼ਰ ਦੇ ਨਜ਼ਦੀਕ ਨੇੜੇ ਕਿਵੇਂ ਹੋਣਾ ਹੈ ਅਤੇ ਇਹ ਜਿਹੜਾ ਵਿਛੋੜਾ ਹੈ ਕਿਵੇਂ ਮੁੱਕ ਸਕਦਾ ਹੈ। ਆਓ ਸਾਹਿਬਾਂ ਦੀ ਇਹ ਅੰਮ੍ਰਿਤ ਬਾਣੀ पावन अंक 133 ਦੇ ਉੱਤੇ ਦਰਗਾਹੀ ਬੋਲ ਦਰਜ ਹਨ। ਇਸ ਦਾ ਪਹਿਲਾਂ ਪਾਠ ਕਰਾਂਗੇ, ਉਪਰੰਤ ਜੋ ਵਿਚਾਰ ਸਾਹਿਬਾਂ ਨੇ ਬਖਸ਼ੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ, ਚਾਰ ਕੁੰਟ ਦਹਨ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ। ਸੋ ਸਾਰੀਆਂ ਸੰਗਤਾਂ ਸਾਹਿਬਾਂ ਦੇ ਦਰ ਤੇ ਨਤਮਸਤਕ ਹੋ ਰਹੀਆਂ ਹਨ। प्रेम सहित साहिबां दी बख्शी फतेह दी सांझ करो, लवाओ अपनियां हाजरियां प्यार नाल आखो जी वाहिगुरु जी का खालसा वाहिगुरु जी की फतेह। 12 महा माज महला पंजवा, माज महला पंजवा। कर चौथा, कर चौथा। एक ओंकार, एक ओंकार। सतगुर प्रसाद, सतगुर प्रसाद।
किरत कर्म के विछड़े, किरत कर्म के विछड़े। कर कृपा मेलो राम, कर कृपा मेलो राम। चार कुंट दह दिस भ्रमे, चार कुंट दह दिस भ्रमे। थक आए प्रभ की शाम, थक आए प्रभ की शाम। किरत कर्म के विछड़े, किरत कर्म के विछड़े। कर कृपा मेलो राम, कर कृपा मेलो राम। चार कुंट दह दिस भ्रमे, चार कुंट दह दिस भ्रमे। थक आए प्रभ की शाम, थक आए प्रभ की शाम। देन दुदै ते बाहरी, तेन दुदै ते बाहरी। कितै न आवे काम, कितै न आवे काम। जल बिन साख कुमलावती, जल बिन साख कुमलावती। उपजै नाहि दाम, उपजै नाहि दाम। हर नहा न मिलिय साजनै, हर नहा न मिलिय साजनै। कत पाइय विश्राम, कत पाइय विश्राम। जित कर हर कंत न प्रगटई, जित कर हर कंत न प्रगटे। पट नगर से ग्राम, पट नगर से ग्राम। सरव संगार तंबोल रस, सब सिंगार तंबोल रस। सन देही सब खाम, सन देई सब थाम। प्रभ स्वामी कंत बिहोनिया, प्रभ स्वामी कंत बिहोनिया। मीत सजन सब जाम, मीत सजन सब जाम। नानक की बेनंतिया, नानक की बेनंतिया। कर कृपा दीजै नाम, कर कृपा दीजै नाम। हर मेलो स्वामी संग प्रभ, हर मेलो स्वामी संग प्रभ। जिसका निहचल धाम, जिसका नेचल काम। चेत गोविंद आराधिय, चेत गोविंद आराधिय। होवै आनंद घना, होवै आनंद कणा। संत जना मिल पाइय, संत जना मिल पाइय। रसना नाम भना, रसना नाम पणा। जिन पाया प्रभ आपना, जिन पाया प्रभ अपना। आए तिसै गणा, आए तिसै गणा। इक खिन तिस बिन जीवना, इक खिन तिस बिन जीवना। व्यर्था जन्म जना, बिरता जन्म जना। जल थल महियल पूरिया, जल तल मईअल पूरिया। ਰਵਿਆ ਵਿੱਚ ਬਣਾ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ, ਸੋ ਪ੍ਰਭ ਚਿਤ ਨ ਆਵਈ। ਕਿਤੜਾ ਦੁਖ ਗਣਾ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਜਿਨੀ ਰਾਵਿਆ ਸੋ ਪ੍ਰਭੂ। ਤਿਨਾ ਭਾਗ ਮਣਾ, ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਹਰ ਦਰਸ਼ਨ ਕੋ ਮਨ ਲੋਚਦਾ। ਨਾਨਕ ਪਿਆਸ ਮਨਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਚੇਤ ਮਿਲਾਏ ਸੋ ਪ੍ਰਭੂ। ਤਿਸ ਕੈ ਪਾਏ ਲਗਾ, ਤਿਸ ਕੈ ਪਾਏ ਲਗਾ। ਹਰ ਦਰਸ਼ਨ ਕੋ ਮਨ ਲੋਚਦਾ, ਹਰ ਦਰਸ਼ਨ ਕੋ ਮਨ ਲੋਚਦਾ। ਨਾਨਕ ਪਿਆਸ ਮਨਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਚੇਤ ਮਿਲਾਏ ਸੋ ਪ੍ਰਭੂ। ਤਿਸ ਕੈ ਪਾਏ ਲਗਾ। ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੇ ਸਾਨੂੰ ਇਹ ਅਗੰਮੀ ਗਿਆਨ ਬਖਸ਼ਿਆ, ਕਿਉਂਕਿ ਗੁਰੂ ਸਾਹਿਬ ਜੀ ਆਪਣੀ ਅੰਮ੍ਰਿਤ ਬਾਣੀ ਰਾਹੀਂ, ਆਪਣੀ ਵਿਚਾਰਧਾਰਾ ਰਾਹੀਂ ਸਾਨੂੰ ਰੱਬ ਦੇ ਨੇੜੇ ਕਰਨਾ ਚਾਹੁੰਦੇ ਹਨ। ਉਸ ਦਾ ਇੱਕੋ ਹੀ ਕਾਰਨ ਹੈ, ਪਰਮੇਸ਼ਰ ਦੇ ਨੇੜੇ ਸਾਡੇ ਜੀਵਨ 'ਚ ਖੇੜਾ, ਵਿਕਾਸ, ਖੁਸ਼ੀ, ਆਨੰਦ।
और याद रखना, खुशी, आनंद, खेड़ा, विकास ਇਹ ਉਸ ਮਨੁੱਖ ਦੀ ਜ਼ਿੰਦਗੀ 'ਚ ਆ ਸਕਦੇ ਨੇ ਜਿਹੜੇ ਪਰਮਾਤਮਾ ਦੇ ਨੇੜੇ ਹੋ ਜਾਣਗੇ। ਉਹੀ ਟਹਿਣੀ ਪ੍ਰਫੁੱਲਿਤ ਹੁੰਦੀ ਹੈ ਜਿਹੜੀ ਰੁੱਖ ਨਾਲ, ਆਪਣੇ ਅਸਲੇ ਨਾਲ, ਆਪਣੇ ਤਣੇ ਨਾਲ ਜੁੜੀ ਰਹਿੰਦੀ ਹੈ। ਉਹੀ ਫੁੱਲ ਖਿੜਦੇ ਨੇ ਜਿਹੜੇ ਕਿ ਪਾਣੀ ਦੇ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਤਲਾਬਾਂ ਦਾ ਸੰਬੰਧ ਸਾਗਰ ਦੇ ਨਾਲ ਜੁੜਿਆ ਰਹਿੰਦਾ ਹੈ, ਪਾਣੀ ਦੇ ਸੋਮੇ ਨਾਲ ਜੁੜਿਆ ਰਹਿੰਦਾ। ਇਸ ਤਰ੍ਹਾਂ ਹੀ ਮਨੁੱਖ ਉਦੋਂ ਤੱਕ ਪ੍ਰਸੰਨ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਆਪਣੇ ਅਸਲੇ ਨਾਲ ਨਹੀਂ ਜੁੜਦਾ। ਗੁਰੂ ਸਾਹਿਬ ਨੇ ਅੱਜ ਇਹ ਸਾਰੀ ਵਿਚਾਰ ਸਾਡੀ ਝੋਲੀ 'ਚ ਪਾਈ। ਗੁਰੂ ਮਹਾਰਾਜ ਸਮਝਾ ਰਹੇ ਨੇ ਪਾਵਨ ਪਵਿੱਤਰ ਵਿਚਾਰ ਦੇ ਰਾਹੀਂ। ਅੱਜ ਦਾ ਇਹ ਸਬਕ 12 ਮਾਹਾਂ ਬਾਣੀ ਦਾ ਨਾਮ ਹੈ, 12 ਮਹੀਨੇ ਮਾਝ ਰਾਗ ਦਾ ਨਾਮ ਹੈ, ਮਹਿਲਾ ਪੰਜਵਾਂ। ਗੁਰੂ ਨਾਨਕ ਪਾਤਸ਼ਾਹ ਜੀ ਦੇ 5ਵੇਂ ਜਾਮੇ ਵਿੱਚ ਆਓ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਚਨ ਉਚਾਰਨ ਕੀਤੇ ਨੇ। ਘਰ ਚੌਥਾ, ਤਾਲ ਦੇ ਘਰ ਚੌਥੇ ਵਿੱਚ ਇਸ ਸ਼ਬਦ ਨੂੰ, ਇਸ ਬਾਣੀ ਨੂੰ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ। ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਦੇ ਰਾਹੀਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰ ਪ੍ਰਸਾਦ ਵਰਤਦਾ ਹੈ ਤਾਂ ਹੀ ਇੱਕ ਓੰਕਾਰ ਦੇ ਨਾਲ ਜੁੜਿਆ ਜਾ ਸਕਦਾ ਹੈ। ਹੁਣ ਸਤਿਗੁਰੂ ਜੀ ਪਾਵਨ ਵਿਚਾਰ ਸਾਡੇ ਸਾਹਮਣੇ, ਪਹਿਲਾ ਜਿਹੜਾ ਸ਼ਬਦ ਹੈ ਉਹ ਮੰਗਲਾਚਰਨ ਰੂਪ ਵਿੱਚ ਹੈ। ਜਿਹੜੇ ਅਗਲੇ ਮਹੀਨਿਆਂ ਦੇ ਪਾਠ ਆਉਣਗੇ ਉਹਨਾਂ ਦੇ ਨਾਲ ਸਤਿਗੁਰੂ ਇੱਕ ਇੱਕ ਮਹੀਨੇ ਵਿੱਚ ਰਸਤਾ ਦੱਸ ਰਹੇ ਹਨ। ਔਰ ਇਸ ਪਾਵਨ ਸ਼ਬਦ ਦੇ ਰਾਹੀਂ ਮਨੁੱਖ ਨੂੰ ਅਹਿਸਾਸ ਕਰਾਇਆ ਹੈ ਕਿ ਦੇਖ ਤੂੰ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ। ਜਦੋਂ ਕਿਸੇ ਨੂੰ ਇਹ ਅਹਿਸਾਸ ਹੋ ਜਾਂਦਾ ਮੈਂ ਰੱਬ ਨਾਲੋਂ ਵਿਛੜਿਆ, ਪਰਮੇਸ਼ਰ ਨਾਲੋਂ ਟੁੱਟ ਕੇ ਹੀ ਮੇਰੀ ਜ਼ਿੰਦਗੀ 'ਚ ਦੁੱਖ ਨੇ, ਗਮੀ ਹੈ, ਪਰੇਸ਼ਾਨੀਆਂ ਨੇ, ਚਿੰਤਾਵਾਂ ਨੇ, ਝੋਰੇ ਨੇ, ਫਿਰ ਉਹ ਯਤਨ ਕਰਦਾ, ਪੁੱਛਦਾ ਕਿਵੇਂ ਇਹ ਚਿੰਤਾਵਾਂ ਦੂਰ ਹੋਣ। ਤੇ ਸਤਿਗੁਰ ਨੇ 12 ਮਹੀਨੇ ਵੱਖ-ਵੱਖ ਮਹੀਨਿਆਂ ਦੇ ਰਾਹੀਂ ਆਪਣੀ ਬਾਣੀ ਉਚਾਰਨ ਕਰਕੇ ਸਾਨੂੰ ਦੱਸਿਆ ਵੀ ਚਿੰਤਾਵਾਂ ਇਸ ਤਰ੍ਹਾਂ ਦੂਰ ਹੋ ਸਕਦੀਆਂ। ਸਭ ਤੋਂ ਪਹਿਲਾਂ ਸਵਾਲ ਖੜਾ ਕੀਤਾ ਔਰ ਇੱਕ ਗੱਲ ਮਨੁੱਖ ਨੂੰ ਸਮਝਾਈ ਵੀ ਤੇਰੇ ਦੁੱਖ ਦਾ ਕਾਰਨ ਹੈ ਪਰਮੇਸ਼ਰ ਦੇ ਨਾਲੋਂ ਵਿਛੋੜਾ। ਹੁਣ ਸਵਾਲ ਖੜਾ ਹੁੰਦਾ ਸੀ ਵਿਛੜੇ ਕਿਉਂ ਹਾਂ। ਸਤਿਗੁਰ ਨੇ ਪਹਿਲਾਂ ਹੀ ਪੰਕਤੀ ਵਿੱਚ ਗੱਲ ਕੀਤੀ। ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਗੱਲ ਆਪਣੇ ਉੱਤੇ ਲਈ ਆਖਣ ਲੱਗੇ ਹੇ ਪ੍ਰਭੂ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੇਥੋਂ ਵਿਛੜੇ ਹੋਏ ਹਾਂ ਜਾਂ ਤੈਨੂੰ ਵਿਸਾਰੀ ਬੈਠੇ ਹਾਂ। ਆਓ ਕਿ ਸਾਡੇ ਕਰਮ ਨੇ, ਆਪਣੇ ਕਰਮਾਂ ਕਰਕੇ ਅਸੀਂ ਰੱਬ ਨੂੰ ਭੁਲਾਈ ਬੈਠੇ ਹਾਂ, ਵਾਹਿਗੁਰੂ ਜੀ ਨੂੰ ਵਿਸਾਰੀ ਬੈਠੇ ਹਾਂ। ਹੁਣ ਰੱਬ ਦਾ ਮਿਲਾਪ ਕਿਵੇਂ ਹੋਵੇ। ਤੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਮਿਲੋ ਰਾਮ, ਮਿਹਰ ਕਰ ਸਾਨੂੰ ਆਪਣੇ ਨਾਲ ਮਿਲਾ ਲਵੋ। ਕਿਉਂਕਿ ਅਸੀਂ ਕੀਤੇ ਹੋਏ ਕਰਮਾਂ ਕਰਕੇ, ਆਪਣੇ ਕਰਮਾਂ ਦੀ ਕਮਾਈ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ। ਇੱਕ ਗੱਲ ਯਾਦ ਰੱਖਣਾ, ਕਰਮ ਹੀ ਨੇ ਜਿਹੜੇ ਸਾਨੂੰ ਵਿਛੋੜਦੇ ਨੇ ਤੇ ਕਰਮ ਹੀ ਨੇ ਜਿਹੜੇ ਸਾਨੂੰ ਪਰਮੇਸ਼ਰ ਨਾਲ ਮਿਲਾਉਂਦੇ ਨੇ। ਹੁਣ ਕੈਸੇ ਕਰਮ ਕਰੀਏ ਸਾਡਾ ਮਿਲਾਪ ਹੋਵੇ। ਤੇ ਸਤਿਗੁਰ ਆਖਣ ਲੱਗੇ, ਕਹਿੰਦੇ ਨੇ ਇੱਕ ਤਾਂ ਅਰਦਾਸ ਕਰ, ਕਰਮ ਵੀ ਕਰ, ਅਹਿਸਾਸ ਕਰਕੇ ਇਸ ਸੱਚੇ ਪਾਤਸ਼ਾਹ ਤੇਰੇ ਨਾਲੋਂ ਮੈਂ ਵਿਛੜਿਆ ਹੋਇਆ ਹਾਂ, ਇਸ ਕਰਕੇ ਮੈਂ ਦੁਖੀ ਹਾਂ, ਇਸ ਕਰਕੇ ਮੇਰੇ ਹੱਥ ਵਿੱਚ ਡੋਰ ਨਹੀਂ, ਤੂੰ ਆਪ ਹੀ ਕਿਰਪਾ ਕਰ, ਮਿਹਰ ਕਰ, ਆਪਣੇ ਨਾਲ ਮਿਲਾ, ਕਰ ਕਿਰਪਾ ਮੇਲੋ ਰਾਮ। ਫਿਰ ਮਹਾਰਾਜ ਕਹਿੰਦੇ 4 ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ। ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਦੀ ਇੱਕ ਹਾਲਤ ਹੈ ਕਿ 4 ਚੁਫੇਰੇ ਹਰ ਪਾਸੇ ਇਹ ਸੁੱਖਾਂ ਦੀ ਖਾਤਰ ਭਟਕਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਚਾਰੇ ਪਾਸੇ ਸੁੱਖਾਂ ਦੀ ਖਾਤਰ ਭਟਕਦੇ ਰਹੇ ਹਾਂ। ਤੇ ਹੁਣ ਕਿਰਪਾ ਕਰ, ਥਕ ਆਏ ਪ੍ਰਭ ਕੀ ਸਾਮ। ਹੇ ਪ੍ਰਭੂ ਥੱਕ ਕੇ ਤੇਰੀ ਸ਼ਰਨ ਆਏ ਹਾਂ। ਸਾਮ ਦਾ ਅਰਥ ਹੈ ਸ਼ਰਨ। ਅਸੀਂ ਥੱਕ ਗਏ ਹਾਂ ਔਰ ਥੱਕ ਕੇ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ। ਅਸੀਂ ਵੇਖ ਲਿਆ ਵੀ ਚਾਰੇ ਪਾਸੇ ਭਟਕ ਕੇ ਕਿਤੇ ਵੀ ਸੁੱਖ ਨਹੀਂ ਹੈ, ਕਿਤੇ ਵੀ ਆਨੰਦ ਨਹੀਂ ਹੈ। ਇਸ ਕਰਕੇ ਹਾਰ ਥੱਕੇ ਨਾ ਅਸੀਂ ਤੇਰੇ ਕੋਲ ਆ ਗਏ ਹਾਂ।
इस करके महाराज कहन लगे थक आए प्रभ की साम, असी थक के तेरी शरण विच आए हाँ। ते महाराज अगे समझान लगे देहन दुदै ते बाहरी कितै न आवे काम। महाराज कहने जिवें दुध तो सकनी गां किसे काम नहीं आउंदी, ते आखन लगे देहन दुदै ते बाहरी कितै न आवे काम, जल बिन साख कुमलावती उपजे नाही दाम। उदाहरण दे रहे हैं जिमें दुध तो सकनी गां किसे काम नहीं आउंदी, जिमें पानी तो बिना खेती सुक जाती है, फसल नहीं पकती, उस तरह खेती नहीं होएगी तो धन की कमाई नहीं होएगी। तो महाराज आखते ने इस तरीके दे नाल साडा जीवन है। जल बिन साख को मिलावती उपजै नाही दाम। जल तो बिना पानी तो बिना खेती नहीं पकती, कुमला जाती है, धन की कमाई नहीं होंदी। इस तरह प्रभु के नाम तो बिना साडा जीवन जिहड़ा है वो व्यर्थ चला जाता है, किसी काम नहीं। जिन्होंने महाराज आख रहे ने हर नाहा ना मिलिए साजन कत पाई है विश्राम। सज्जन खसम प्रभु नूं मिलन तो बिना किते होर थां सुख नहीं मिलता। हर नाहा, नाहा का अर्थ खसम, ना मिलिए साजन कत पाई है विश्राम का अर्थ सुख। आओगे कितों होर थां ते रब नूं भुला के परमात्मा दे मिलन तो बिना सुख प्राप्त नहीं हो सकता। सुख जिस दिन भी मिलेगा अपने असले नाल जुड़ के मिलेगा। ते साडा सारियां दा असला, साडी आत्मा दा असला वो परमात्मा है। असी रब नाल जुड़ना है। ते महाराज आखन लगे जित कर हर कंत ना प्रगटई पट नगर से ग्राम। आखन लगे महाराज जिस हिरदे घर विच प्रभु पति का मिलाप ना वसे, कहते ने वो जिहड़ा नगर है, पिंड है, पिंड ते सैर तपदे हुए भट्टे वांग ने। जिवें भट्टा तपदा है, मर कहते इस तरह वो हिरदा तपदा है परमात्मा के मिलाप तो बिना। जे हिरदे च कंत प्रगट नहीं होया असी तपदे रवांगे। उस दिन ही शांति आएगी, उस दिन ही आनंद विच होवांगे जिस दिन वाहिगुरू जी हिरदे च प्रगट हो जाएंगे। असी जितने मर्जी यतन कर लीए, जितना मर्जी धन कमा लीए, जितने मर्जी साधन जुटा लीए, पर साड़ी जिंदगी सुख नहीं आना। सुख उस दिन आवेगा मर कहने जिस दिन कंत वाहिगुरू प्रगट हो जाएगा। जे कंत प्रगट नहीं होया तो वह हिरदे महाराज कहते ने इस तरह ने जिमें कि भट्टा भट्टी जी तपदी है ना, इस तरह वो हिरदे तपदे ने। आओ कि बसते हुए भावें वो पिंड होण, भावें नगर होण, भावें असी जितने मर्जी खुशहाल देश विच वसीए, जितनी मर्जी सुंदर सिटी होवे, सारिया चीज़ां होण, पर साडा हिरदा तां भट्टे दे वांग तपदा रहिंदा है। ये नहीं कि कोई बहुत सोहने सिटी विच वसदा होवे, बहुत सोहने शहर च रहिंदा होवे, लोग जिहड़े देखते ने बड़ा सुंदर शहर है, पर जे वाहिगुरू प्रगट नहीं होया ना वो शहर वो पिंड इस तरह है जिमें किसी तपदे हुए भट्टे विच बंदा बैठा होवे। इस तरह सतगुरु समझा रहे ने। अगले वचन कीते सरब सिंगार तंबोल रस सन देही सब खाम। ते महाराज आख रहे ने प्रभ स्वामी कंत विहूणियां मीत सज्जन सब जाम। साहिब सच्चे पातशाह ते समझाण लगे, कहते ने इस्त्री नूं पति तो बिना शरीर के सारे संगार जिहड़े कीते ने, पाना दे बीड़े ते होर रस अपने शरीर समेत ही व्यर्थ दिसते हैं। सरब संगार तंबोल रस, सारे संगार तंबोल पान दे बीड़े ये रस सण देही, देही सने सब खाम, खाम का अर्थ है व्यर्थ। ते प्रभु स्वामी कंत विहूणियां मीत सज्जन समसाम। जिमें मालक खसम की याद तो बिना सारे सज्जन मित्र जिंद दे वैरी दिसते हैं। जे अकाल पुरख मित्र है तो सारे चंगे, सारे मित्र ने, पर परमात्मा कंत तो बिना, परमेश्वर तो बिना जितने सज्जन मित्र ने वो सब जिंद दे वैरी हैं साडे। इस करके सब तो पहला जे किसी मित्र बनाना है तो वाहिगुरू नूं बनाइए, क्योंकि जे रब मित्र बन गया ना तो सारा संसार मित्र बन जाएगा। क्योंकि जो हर का प्यारा सो सबना का प्यारा। इस करके साहिब सानू समझाते ने, आखन लगे नानक की बेनंती आ कर कृपा दीजै नाम। नानक की बेनती है, इनू पाठ बेनंतियां नहीं करांगे, पाठ करांगे बेनंतिया। जो एक बेनती वास्ते अखर आएगा उत्थे बिंदी ला के उचारण नहीं करना, इत्थे बहुवचन च आएगा उत्थे आपां बिंदी ला के उचारण करना है। कई बार क्योंकि ये बरीकियां का सानू पता नहीं हुंदा, इस करके असी
ਜੋ ਇੱਕ ਅੱਖਰ ਸੁਣ ਲਿਆ ਸੀ ਬਾਰ ਬਾਰ ਉਦੋਂ ਹੀ ਉਚਾਰਨ ਕਰਦੇ ਹਾਂ। ਪਰ ਸਾਹਿਬ ਕਹਿੰਦੇ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ। ਤਾਂ ਹੀ ਤੇ ਨਾਨਕ ਦੀ ਬੇਨਤੀ ਹੈ, ਹੇ ਪ੍ਰਭੂ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਮਹਾਰਾਜ ਕਹਿੰਦੇ ਹੇ ਹਰੀ ਆਪਣੇ ਚਰਨਾਂ ਦੇ ਵਿੱਚ ਮੈਨੂੰ ਜੋੜੀ ਰੱਖ। ਹੋਰ ਸਾਰੇ ਆਸਰੇ ਪਰਨੇ ਨਾਸਵੰਤ ਹਨ, ਬਾਕੀ ਸਾਰੇ ਧਾਮ ਨਿਹਚਲ ਨਹੀਂ ਹਨ, ਪਰ ਇੱਕ ਤੇਰਾ ਘਰ ਸਦਾ ਅਟਲ ਰਹਿਣ ਵਾਲਾ ਹੈ। ਜਿਸ ਕਾ ਨਿਹਚਲ ਧਾਮ, ਉਸ ਪਰਮਾਤਮਾ ਦਾ ਜਿਹੜਾ ਘਰ ਹੈ ਉਹ ਸਦਾ ਅਟਲ ਰਹਿਣ ਵਾਲਾ ਹੈ। ਬਾਕੀ ਸਾਰੇ ਘਰ ਬਿਨਸਨਹਾਰ ਨੇ। ਇੱਥੇ ਸਭ ਕੁਝ ਚਲਾਇਮਾਨ ਹੈ। ਦਿਨ ਰਬ ਚਲੈ ਨਿਸ ਸਚ ਚਲੈ ਤਾਰ ਕਾ ਸਭ ਪਲੋਏ। ਮੁਕਾਮ ਇਹੀ ਹੋਏ ਨਾਨਕਾ ਸਚ ਬਗੋਏ। ਇੱਕ ਉਹ ਮੁਕਾਮ ਹੈ ਜਿਹੜਾ ਕਿ ਸਦਾ ਰਹਿਣ ਵਾਲਾ ਹੈ। ਬਾਕੀ ਸਾਰੇ ਜਿਹੜੇ ਮੁਕਾਮ ਅਸੀਂ ਦੇਖ ਰਹੇ ਹਾਂ, ਬਾਕੀ ਚੀਜ਼ਾਂ ਦੇਖ ਰਹੇ ਹਾਂ, ਉਹ ਸਭ ਚੱਲਣਹਾਰ ਨੇ, ਚੱਲ ਰਹੀਆਂ ਨੇ, ਨਾਸਵੰਤ ਨੇ। ਪਰ ਇੱਕ ਅਕਾਲ ਪੁਰਖ ਵਾਹਿਗੁਰੂ ਸਦਾ ਸਥਿਰ ਰਹਿਣ ਵਾਲਾ ਹੈ। ਗੁਰੂ ਸਾਹਿਬ ਜੀ ਚੇਤ ਦੇ ਮਹੀਨੇ ਰਾਹੀਂ ਸਾਨੂੰ ਅੱਗੇ ਵਿਆਖਿਆ ਕਰਕੇ ਸਮਝਾ ਰਹੇ ਨੇ। ਇਹ ਪਹਿਲਾ ਸ਼ਬਦ ਜੋ ਮੰਗਲਾ ਚਰਨ ਦਾ ਸੀ। ਅੱਗੇ ਗੁਰੂ ਸਾਹਿਬ ਜੀ ਅੱਜ ਚੇਤ ਮਹੀਨੇ ਤੋਂ, ਕਿਉਂਕਿ ਸਾਲ ਦੀ ਆਰੰਭਤਾ ਹੁੰਦੀ ਹੈ, ਚੇਤ ਦੇ ਮਹੀਨੇ ਦੇ ਵਿੱਚ ਪਤਝੜ ਤੋਂ ਬਾਅਦ ਅੰਬਾਂ ਦੇ ਉੱਤੇ ਵੀ ਬੂਰ ਮੋਲ ਲੱਗਦਾ ਹੈ। ਬਹੁਤ ਸਾਰੀ ਬਨਸਪਤੀ ਜਿਹਦੇ ਪੱਤੇ ਡਿੱਗ ਜਾਂਦੇ ਨੇ, ਇਸ ਮਹੀਨੇ ਤੋਂ ਉਹਨਾਂ ਦੇ ਉੱਤੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਨਵੀਆਂ ਟਹਿਣੀਆਂ ਜਿਹੜੀਆਂ ਬਣਦੀਆਂ ਨੇ, ਫੁੱਲ ਖਿੜਦੇ ਨੇ, ਫਲ ਬਣਦੇ ਨੇ। ਮੇਰੇ ਸਵਾਮੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਸਮਝਾਉਣ ਲੱਗੇ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ। ਕਈ ਵਾਰੀ ਵਿਚਾਰ ਕਰਨਾ ਵੀ ਗੁਰੂ ਨਾਨਕ ਪਾਤਸ਼ਾਹ ਸਾਲ ਦੀ ਆਰੰਭਤਾ ਇੱਥੋਂ ਕਿਉਂ ਕਰਦੇ ਨੇ? ਕਿਉਂ ਗੁਰੂ ਨਾਨਕ ਕੁਦਰਤ ਦੇ ਨਾਲ ਜੁੜੇ ਨੇ। ਗੁਰੂ ਨਾਨਕ ਪਾਤਸ਼ਾਹ ਆਪਣੇ ਜਨਮ ਦੇ ਨਾਲ ਜੋੜ ਕੇ ਵੀ ਗੱਲ ਕਰ ਸਕਦੇ ਸਨ, ਪਰ ਗੁਰੂ ਨਾਨਕ ਨੇ ਸਾਰੀ ਗੱਲ ਕੁਦਰਤ ਦੇ ਨਾਲ ਜੋੜ ਕੇ ਕੀਤੀ। ਅਸੀਂ ਗੁਰੂ ਨਾਨਕ ਦਾ ਜਨਮ ਦਿਨ ਕੁਦਰਤ ਦੇ ਅਨੁਸਾਰ ਬਣਾਉਂਦੇ ਹਾਂ, ਪਰ ਵੈਸੇ ਤਾਂ ਜੋ ਪੁਰਾਤਨ ਸਾਡੇ ਕੋਲ ਜੋ ਵੀ ਸਰੋਤ ਨੇ ਉਹ 15 ਅਪ੍ਰੈਲ ਦੱਸਦੇ ਨੇ, ਪਰ ਅਸੀਂ ਮਾਰਚ ਦੇ ਵਿੱਚ ਮਨਾ ਰਹੇ ਹਾਂ। ਔਰ ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਨੂੰ ਕੁਦਰਤ ਦੇ ਨਾਲ ਜੋੜ ਕੇ ਅਸੀਂ ਚੱਲਦੇ ਹਾਂ। ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਕਿ ਜਿੱਥੋਂ ਕੁਦਰਤ ਦੀ ਆਰੰਭਤਾ ਹੁੰਦੀ ਹੈ, ਕੁਦਰਤ ਦੇ ਵਿੱਚ ਖੇੜਾ ਸ਼ੁਰੂ ਹੁੰਦਾ ਹੈ, ਜਿੱਥੋਂ ਕਿ ਪਤਝੜ ਤੋਂ ਬਾਅਦ ਫੁੱਲ ਫਲ ਟਹਿਣੀਆਂ ਸਾਰੀਆਂ ਚੀਜ਼ਾਂ ਹੋਂਦ 'ਚ ਆਉਂਦੀਆਂ ਨੇ, ਉਹ ਤਾਂ ਨੇ। ਇੱਕ ਗੱਲ ਹੋਰ ਯਾਦ ਰੱਖਣਾ, ਜਿਹੜੀ ਟਹਿਣੀ ਪਤਝੜ ਦੇ ਵਿੱਚ ਰੁੱਖ ਨਾਲੋਂ ਵੱਖਰੀ ਹੋ ਜਾਏਗੀ, ਉਹਦੇ ਉੱਤੇ ਨਾ ਫੁੱਲ ਬਣੇਗਾ, ਨਾ ਫਲ ਬਣੇਗਾ, ਨਾ ਪੱਤੇ ਆਉਣਗੇ। ਪਰ ਜਿਹੜੀ ਟਹਿਣੀ ਆਪਣੇ ਅਸਲੇ ਨਾਲ ਜੁੜੀ ਰਹੇਗੀ, ਉਸ 'ਤੇ ਫੁੱਲ ਵੀ ਬਣਨਗੇ, ਫਲ ਵੀ ਲੱਗਣਗੇ, ਪੱਤੇ ਵੀ ਆਉਣਗੇ, ਹਰਿਆਵਲ ਹੋਵੇਗੀ। ਇਸ ਕਰਕੇ ਸਾਹਿਬ ਕਹਿ ਰਹੇ ਨੇ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ। ਚੇਤ ਵਿੱਚ ਪਾਓ ਕਿ ਬਸੰਤ ਦੀ ਰੁੱਤ ਆਉਂਦੀ ਹੈ। ਹਰ ਪਾਸੇ ਖਿੜੀ ਫੁਲਵਾੜੀ ਜਿਹੜੀ ਹੈ ਮਨ ਨੂੰ ਆਨੰਦ ਦਿੰਦੀ ਹੈ। ਇਸ ਤਰ੍ਹਾਂ ਮਾਰਕਾਂ ਨੇ ਪਰਮਾਤਮਾ ਨੂੰ ਸਿਮਰੀਏ ਤਾਂ ਕਿ ਸਿਮਰਨ ਦੀ ਬਰਕਤ ਦੇ ਨਾਲ ਮਨੁੱਖ ਬਹੁਤ ਆਤਮਿਕ ਆਨੰਦ ਜਿਹੜਾ ਹੈ ਉਹ ਮਾਣ ਸਕਦਾ ਹੈ, ਆਤਮਿਕ ਆਨੰਦ ਪੈਦਾ ਹੋ ਸਕਦਾ ਹੈ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ। ਇਤਨਾ ਆਨੰਦ ਪ੍ਰਾਪਤ ਹੋ ਜਾਏਗਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤਾਂ ਕਈ ਵਾਰੀ ਕੁਦਰਤ ਨੂੰ ਵੇਖ ਲਈਏ ਨਾ ਤਾਂ ਇਤਨਾ ਆਨੰਦ ਆਉਂਦਾ ਹੈ। ਜਿਸ ਨੇ ਕੁਦਰਤ ਨੂੰ ਪੈਦਾ ਕੀਤਾ ਉਸ ਕਾਦਰ ਨੂੰ ਵੇਖ ਲਈਏ ਕਿੰਨਾ ਕੁ ਆਨੰਦ ਹੋਏਗਾ। ਉਸ ਕਾਦਰ ਨੂੰ ਚੇਤੇ ਕਰ ਲਈਏ ਕਿੰਨਾ ਕੁ ਆਨੰਦ ਹੋਏਗਾ। ਇਸ ਕੁਦਰਤ ਨੂੰ ਵੇਖ ਕੇ ਸਾਡਾ ਮਨ ਪ੍ਰਸੰਨ ਹੋ ਜਾਂਦਾ ਹੈ। ਅਸੀਂ ਕਹਿੰਦੇ ਬਲਿਹਾਰ ਜਾਈਏ ਤੇਰੀ ਕੁਦਰਤ ਤੋਂ, ਸਦਕੇ ਜਾਈਏ ਤੇਰੀ ਕੁਦਰਤ ਤੋਂ। ਤੇ ਪਿਆਰ ਵਾਲਿਓ ਸੱਚ ਜਾਣਨਾ, ਜਦੋਂ ਉਸ ਕਾਦਰ ਨੂੰ ਵੇਖੀਏ ਜਿਹਨੇ ਇਤਨੀ ਸੁੰਦਰ ਕੁਦਰਤ ਬਣਾਈ, ਇਸ ਕੁਦਰਤ ਦੀ ਵਿਆਖਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਬਲਿਹਾਰ ਹਾਂ ਤੇਰੀ ਕੁਦਰਤ ਤੋਂ। ਤੇ ਜੇ ਵਾਹਿਗੁਰੂ ਜੀ ਨੂੰ ਆਰਾਧ ਲਈਏ, ਐਸੇ ਪਰਮਾਤਮਾ ਨੂੰ ਸਿਮਰ ਲਈਏ ਤਾਂ ਕਿਤਨਾ ਆਨੰਦ ਹੋਵੇਗਾ। ਮਰ ਕਰਨੇ ਘਣਾ ਬਹੁਤ ਜ਼ਿਆਦਾ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਮਰ ਕਹਿੰਦੇ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਨਾ। ਸਾਧੂ ਕਹਿੰਦੇ ਨੇ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਭਾਵ ਕਿ ਸਤਸੰਗਤ ਵਿੱਚੋਂ ਪ੍ਰਾਪਤੀ ਹੁੰਦੀ। ਰਸਨਾ ਨਾਲ ਨਾਮ ਜਪਣ ਦੀ ਜੋ ਦਾਤ ਹੈ ਉਹ ਸਤ ਸੰਗਤ ਵਿੱਚੋਂ, ਗੁਰਮੁਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਕਿਉਂਕਿ ਉੱਥੋਂ ਹੀ ਸਾਨੂੰ ਲਾਗ ਲੱਗਦੀ ਹੈ ਨਾਮ ਜਪਣ ਦੀ। ਉੱਥੋਂ ਸਾਡਾ ਮਨ ਕਰਦਾ ਅਸੀਂ ਵੀ ਜਪੀਏ, ਅਸੀਂ ਵੀ ਵਾਹਿਗੁਰੂ ਨੂੰ ਯਾਦ ਕਰੀਏ, ਉਸਦੀ ਸਿਫਤ ਕਰੀਏ, ਮਾਲਕ ਦੀਆਂ ਵਡਿਆਈਆਂ ਕਰੀਏ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਇੱਥੋਂ ਹੀ ਉਹ ਲਾਗ ਲੱਗਣੀ ਹੈ। ਫਿਰ ਕਹਿਣ ਲੱਗੇ ਜਿਨ ਪਾਇਆ ਪ੍ਰਭ ਆਪਣਾ, ਕਹਿੰਦੇ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਆਏ ਤਿਸੈ ਗਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਗਤ ਦੇ ਮਾਲਕ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਨਾ,
ਤਾਂ ਜਗਤ ਵਿੱਚ ਜੰਮਿਆ ਉਹਨਾਂ ਨੂੰ ਜਾਣੋ, ਉਹਨਾਂ ਦਾ ਜਨਮ ਸਫਲਾ ਸਮਝੋ ਜਿਨ੍ਹਾਂ ਨੇ ਆ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜੇ ਰੱਬ ਪ੍ਰਾਪਤ ਨਹੀਂ ਹੋਇਆ ਤਾਂ ਮਰ ਕਹਿੰਦੇ ਤੇਰਾ ਜਨਮ ਹੀ ਨਹੀਂ ਹੋਇਆ। ਇਹ ਗੱਲ ਯਾਦ ਰੱਖਣਾ, ਸਰੀਰ ਦਾ ਜਨਮ ਹੈ, ਸਰੀਰ ਦੀ ਮੌਤ ਹੋ ਜਾਣੀ ਹੈ। ਮਾਂ ਤੋਂ ਜੰਮੇ ਹਾਂ, ਧਰਤੀ ਮਾਂ ਦੀ ਗੋਦ ਵਿੱਚ ਸਮਾ ਜਾਵਾਂਗੇ। ਇਤਨਾ ਸਫ਼ਰ ਹੋਏਗਾ ਸਰੀਰ ਦਾ, ਇਸ ਤੋਂ ਵੱਧ ਨਹੀਂ ਹੋ ਸਕਦਾ। ਪਰ ਇੱਕ ਜਨਮ ਹੈ ਜਿਸ ਨੂੰ ਗੁਰਬਾਣੀ ਨੇ ਆਖਿਆ ਸਤਿਗੁਰ ਕੈ ਜਨਮੇ ਕਵਨ ਮਿਟਾਇਆ। ਸਤਿਗੁਰ ਦੇ ਘਰ ਵਿੱਚ ਸਿੱਖ ਨੇ ਜਨਮ ਲੈਣਾ, ਜਿੱਥੇ ਕਿ ਆਵਾ ਗੌਣ ਹੀ ਮਿਟਾ ਦੇਣਾ। ਜਿਹਨਾਂ ਸਤਿਗੁਰ ਦੇ ਘਰ ਵਿੱਚ ਜਨਮ ਹੋਏਗਾ, ਪਿਆਰ ਵਾਲਿਓ ਸੱਚ ਜਾਣਾ, ਉੱਥੇ ਸੰਸਾਰ ਵਿੱਚ ਆਇਆ ਉਸ ਦਿਨ ਸਾਡਾ ਸਫਲਾ ਹੋਏਗਾ। ਸੰਗਤ ਨੂੰ ਗੁਰੂ ਸਾਹਿਬ ਨੇ ਮਾਂ ਕਿਹਾ ਔਰ ਸ਼ਬਦ ਨੂੰ ਪਿਤਾ ਕਿਹਾ। ਇਹਨਾਂ ਸੰਗਤ ਦੀ ਕੁੱਖ ਵਿੱਚ ਬੈਠ ਕੇ, ਇਸ ਸੰਗਤ ਵਿੱਚ ਬੈਠ ਕੇ ਔਰ ਗੁਰੂ ਪਿਤਾ ਜੀ ਦੇ ਮਿਲਾਪ ਦੇ ਨਾਲ ਜਿੰਨਾ ਸਾਡਾ ਜਨਮ ਹੋਏਗਾ ਉਸ ਦਿਨ ਅਸੀਂ ਸੰਤ ਹੋਵਾਂਗੇ। ਸੁੱਤ ਅਸੀਂ ਬਣ ਗਏ ਹਾਂ, ਪੁੱਤਰ ਤੇ ਪੁੱਤਰੀਆਂ ਬਣ ਗਏ ਹਾਂ। ਪਰ ਯਾਦ ਰੱਖਣਾ, ਅਸੀਂ ਸੰਤ ਬਣਨਾ ਹੈ ਤੇ ਇਹ ਉਹ ਗੋਦ ਹੈ ਜਿੱਥੇ ਕਿ ਸੰਤ ਬਣਾ ਕੇ ਭੇਜਦੀ ਹੈ, ਕਿਸ ਨੂੰ ਇੱਥੇ ਟਿਕਣਾ ਆ ਜਾਏ। ਗੁਰੂ ਸ਼ਬਦ ਔਰ ਸੰਗਤ ਦਾ ਮਿਲਾਪ, ਗੁਰੂ ਪਿਤਾ ਹੈ, ਸੰਗਤ ਮਾਂ ਹੈ। ਇਸ ਦੇ ਮਿਲਾਪ ਨਾਲ ਜਿੱਥੇ ਵੀ, ਜਦੋਂ ਕਿ ਗੁਰੂ ਪਿਤਾ ਦਾ ਮਿਲਾਪ ਹੋਵੇਗਾ ਸੰਗਤ ਦੇ ਨਾਲ, ਔਰ ਜਦੋਂ ਕੋਈ ਇੱਥੇ ਟਿਕਣਾ ਸਿੱਖ ਲਏਗਾ ਉਸ ਦਿਨ ਉਸ ਦਾ ਜਨਮ ਹੋਏਗਾ ਇਸ ਗਰਭ ਵਿੱਚੋਂ, ਤੇ ਉਹ ਕੌਣ ਹੋਏਗਾ? ਉਹ ਸੰਤ ਹੋਏਗਾ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ, ਕਹਿੰਦੇ 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁਖ ਲਈ ਉਦਾਸੀ। ਭਾਈ ਗੁਰਦਾਸ ਜੀ ਦਾ ਬਚਨ ਹੈ। ਸੁਖਦੇਵ ਰਿਸ਼ੀ ਬਾਰੇ ਲਿਖਦੇ ਨੇ ਕਿ 12 ਸਾਲ ਮਾਤਾ ਦੇ ਗਰਭ ਵਿੱਚ ਰਿਹਾ ਔਰ ਜੰਮਦੇ ਸਾਰ ਉਦਾਸੀ ਹੋ ਗਿਆ। ਇੱਕ ਗੱਲ ਯਾਦ ਰੱਖਣਾ, ਇਸ ਮਾਂ ਦੇ ਗਰਭ ਵਿੱਚ ਕੋਈ ਬੱਚਾ ਜਿਹੜਾ ਹੈ ਉਹ 10 ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ। 10 ਮਾਸੀ ਜੰਮਿਆ, ਗੁਰਬਾਣੀ ਨੇ ਵਚਨ ਕੀਤੇ। ਪਰ 12 ਸਾਲ ਸੁਖਦੇਵ ਕਿਵੇਂ ਮਾਂ ਦੇ ਗਰਭ 'ਚ ਰੁਕਿਆ? ਉਹ ਕਿਹੜਾ ਗਰਭ ਸੀ? ਬਾਣੀ ਤੇ ਵਿਚਾਰ ਨਹੀਂ ਪਏਗੀ ਨਾ, ਸਮਝ ਨਹੀਂ ਪਏਗੀ। ਤੇ ਜੋ ਵਿਦਵਾਨਾਂ ਨੇ ਇਹ ਅਰਥ ਕੀਤੇ, ਭਾਈ ਗੁਰਦਾਸ ਜੀ ਨੇ ਜੋ ਰਚਨਾ ਕੀਤੀ, ਉਹਨਾਂ ਨੇ ਆਖਿਆ ਕਿ 12 ਸਾਲ ਸੁਖਦੇਵ ਰਿਸ਼ੀ ਸਾਧੂਆਂ ਸੰਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਿਹਾ, ਤੇ ਜਿਸ ਦਿਨ ਉਸ ਸੰਗਤ ਵਿੱਚ ਰਹਿੰਦੇ ਰਹਿੰਦੇ 12 ਸਾਲ ਹੋ ਗਏ, ਸੁਖ ਦਾ ਆਤਮਿਕ ਤੌਰ ਤੋਂ ਜਨਮ ਹੋ ਗਿਆ, ਉਸ ਦਿਨ ਹੀ ਉਹ ਉਦਾਸੀ ਬਣ ਗਿਆ ਸੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਜੰਮਦਿਆ ਬੱਚਾ ਉਦਾਸੀ ਨਹੀਂ ਬਣ ਸਕਦਾ। ਜੰਮਦਾ ਬੱਚਾ ਤਾਂ ਵਿਚਾਰਾ ਬਿਲਕੁਲ ਵੀ ਕਿਸੇ ਜੋਗਾ ਨਹੀਂ, ਉਹ ਤਾਂ ਆਪਣੀ ਕੋਈ ਕਿਰਿਆ ਨਹੀਂ ਕਰ ਸਕਦਾ। ਇੱਕ ਮਨੁੱਖੀ ਬੱਚਾ ਐਸਾ ਜਿਹੜਾ ਜੰਮਦੇ ਆਪਣੀ ਕਿਰਿਆ ਨਹੀਂ ਕਰ ਸਕਦਾ। ਬਾਕੀ ਸਾਰੇ ਜੀਵਾਂ ਦੇ ਬੱਚੇ ਨੇ ਉਹ ਜੰਮਦੇ ਆਪਣੀ ਕਿਰਿਆ ਕਰ ਲੈਂਦੇ, ਪਰ ਮਨੁੱਖੀ ਬੱਚਾ ਬਿਲਕੁਲ ਅਸਹਾਏ ਹੈ, ਅਸਹਾਰਾ ਹੈ, ਉਹਨੂੰ ਸਾਰੇ ਦੀ ਲੋੜ ਪੈਂਦੀ ਹੈ। ਤੇ ਸੁਖਦੇਵ ਰਿਸ਼ੀ ਕਿਵੇਂ 12 ਸਾਲ ਮਾਂ ਦੇ ਗਰਭ 'ਚ ਰਿਹਾ ਔਰ ਜੰਮਦੇ ਉਦਾਸੀ ਹੋ ਗਿਆ? ਕਿ ਐਸਾ ਹੋ ਸਕਦਾ ਹੈ? ਪਰ ਇਸ ਸੰਗਤ ਰੂਪੀ ਮਾਂ ਦੀ ਕੁੱਖ ਵਿੱਚ ਕੋਈ 12 ਸਾਲ ਬੈਠ ਕੇ ਔਰ ਜਿਸ ਨਾਲ ਉਹਦਾ ਜਨਮ ਹੋਵੇਗਾ ਉਸ ਦਿਨ ਉਦਾਸੀ ਹੋ ਸਕਦਾ ਹੈ। ਉਹ ਜੋ ਹੈ ਉਹ ਭਰਾਮ ਹੋ ਸਕਦਾ ਹੈ। ਇਸ ਕਰਕੇ ਸਤਿਗੁਰ ਇੱਥੇ ਸਮਝਾਉਣਾ ਚਾਹੁੰਦੇ ਨੇ, ਪਿਆਰ ਵਾਲਿਓ, ਸਤਿਗੁਰ ਕਹਿੰਦੇ ਨੇ ਜਿਨ ਪਾਇਆ ਪ੍ਰਭੂ ਆਪਣਾ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਆਇਆ ਤੇ ਸਹਿ ਗਣਾ, ਜਗਤ ਵਿੱਚ ਜੰਮਿਆ ਜਾਣੋ ਉਸਨੂੰ, ਉਹਦਾ ਜਨਮ ਸਫਲਾ ਸਮਝੋ ਜਿਸ ਨੇ ਕਿ ਇਹ ਚੀਜ਼ ਪ੍ਰਾਪਤ ਕਰ ਲਈ ਹੈ। ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਆਏ ਹਾਂ ਤੇ ਪਰਮਾਤਮਾ ਦੀ ਪ੍ਰਾਪਤੀ ਇੱਥੋਂ ਹੀ ਹੋਵੇਗੀ, ਇੱਥੇ ਹੀ ਸਾਡਾ ਜਨਮ ਹੋਏਗਾ, ਇੱਥੋਂ ਹੀ ਸਾਨੂੰ ਰੱਬ ਦੀ ਪ੍ਰਾਪਤੀ ਹੋਏਗੀ। ਜਿਵੇਂ ਮਾਂ ਅਤੇ ਪਿਓ ਬੱਚੇ ਨੂੰ ਸਭ ਕੁਝ ਦਿੰਦੇ ਨੇ, ਇਹ ਸੰਗਤ ਰੂਪੀ ਮਾਂ ਔਰ ਸ਼ਬਦ ਰੂਪੀ ਪਿਤਾ ਸਾਨੂੰ ਰੱਬ ਤੱਕ ਪਹੁੰਚਾ ਦੇਗਾ, ਕਿਉਂਕਿ ਅਸੀਂ ਰੱਬ ਨੂੰ ਮਿਲਣ ਵਾਸਤੇ ਹੀ ਆਏ ਹਾਂ। ਇੱਥੇ ਪਰਮੇਸ਼ਰ ਹੋਣ ਵਾਸਤੇ ਸੰਸਾਰ 'ਚ ਆਏ ਹਾਂ। ਉਸ ਵਾਸਤੇ ਮਹਾਰਾਜ ਅੱਗੇ ਫਿਰ ਵਚਨ ਕਰਦੇ ਨੇ, ਆਖਣ ਲੱਗੇ ਸਿਖਾ ਇੱਕ ਖਿਨ ਤਿਸ ਬਿਨ ਜੀਵਣਾ ਵਿਰਥਾ ਜਨਮ ਦੇਣਾ। ਇੱਕ ਖਿਨ ਪਰਮਾਤਮਾ ਤੋਂ ਬਿਨਾਂ ਜੀਵਣਾ, ਪਰਮਾਤਮਾ ਨੂੰ ਵਿਸਾਰ ਕੇ ਜੀਵਣਾ, ਕਹਿੰਦੇ ਸਾਰਾ ਜਨਮ ਜਿਹੜਾ ਉਹ ਵਿਅਰਥ ਹੋ ਜਾਂਦਾ ਹੈ। ਉਹ ਜਨਮ ਲਿਆ ਜੀਵਨ ਜਿਹੜਾ ਉਹ ਵਿਅਰਥ ਹੈ ਜੇ ਇੱਕ ਖਿਨ ਉਸ ਤੋਂ ਬਿਨਾਂ ਜੀਵਣਾ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਖਿਨ ਵੀ ਪਰਮਾਤਮਾ ਨਹੀਂ ਭੁੱਲਣਾ ਚਾਹੀਦਾ। ਇੱਥੇ ਤਾਂ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਖਿਨ ਵੀ ਨਹੀਂ ਸਿੱਖ ਜੀ ਸਕਦਾ। ਸਿੱਖ ਕਹਿੰਦਾ ਸੀ ਮੇਰੇ ਬੰਦ ਬੰਦ ਕਰ ਦਿਓ, ਪਰ ਮੈਂ ਆਪਣੇ ਮਾਲਕ ਨਾਲੋਂ ਨਹੀਂ ਟੁੱਟ ਸਕਦਾ। ਸਿੱਖ ਕਹਿੰਦਾ ਸੀ ਮੇਰੇ ਸਿਰ ਤੇ ਆਰਾ ਚਲਾ ਦਿਓ, ਪਰ ਮੈਨੂੰ ਗੁਰੂ ਤੇਗ ਬਹਾਦਰ ਦੇ ਦੀਦਾਰ ਚਾਹੀਦੇ ਹੈ।
ਮੈਨੂੰ ਸਾਹਮਣੇ ਗੁਰੂ ਚਾਹੀਦਾ ਹੈ। ਐਡਾ ਸੰਬੰਧ ਹੈ ਸਿੱਖ ਤੇ ਗੁਰੂ ਦਾ। ਅੱਜ ਅਸੀਂ ਕਿਹੜੀ ਦੁਨੀਆ ਜੀ ਰਹੇ ਹਾਂ? ਅੱਜ ਕਿਹੜਾ ਸੰਬੰਧ ਅਸੀਂ ਆਪਣੇ ਗੁਰੂ ਨਾਲ ਜੋੜਿਆ ਹੋਇਆ ਹੈ? ਗੁਰੂ ਸਾਹਿਬ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਸਿੱਖਾ ਦੇਖ, ਇੱਕ ਖਿਣ ਵੀ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਜੀਉਣਾ, ਕਿਸੇ ਹੋਰ ਦੇ ਆਸਰੇ ਤੇ ਜੀਉਣਾ, ਸਾਰਾ ਜਨਮ ਵਿਅਰਥਾ ਕਰਨ ਵਾਲੀ ਗੱਲ ਹੈ। ਤੇ ਮੈਂ ਤਾਂ ਕਈ ਵਾਰੀ ਦੇਖਦਾ ਕਿਸੇ ਗੁਰੂ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਹੋਰ ਪਤਾ ਨਹੀਂ ਕਿਹਦੇ ਕਿਹਦੇ ਆਸਰੇ ਜਾ ਕੇ ਲੈ ਲੈਂਦੇ ਨੇ। ਕੋਈ ਮੜੀਆਂ ਮਸਾਨਾਂ ਵਿੱਚ ਜਾ ਰਿਹਾ ਹੈ, ਕੋਈ ਕਿਸੇ ਪੀਰ ਨੂੰ ਜਾ ਕੇ ਸਿਜਦਾ ਕਰ ਰਿਹਾ, ਕੋਈ ਕਿਸੇ ਹੋਰ ਪਾਸੇ ਤੁਰਿਆ ਹੋਇਆ। ਤੇ ਕੀ ਸਾਡੀ ਆਤਮਿਕ ਮੌਤ ਨਹੀਂ ਹੋ ਰਹੀ? ਕੀ ਅਸੀਂ ਜਿਉਂਦੇ ਹਾਂ? ਨਹੀਂ। ਸਤਿਗੁਰ ਜੀ ਇਸ ਕਰਕੇ ਸਾਨੂੰ ਸਮਝਾਉਣ ਲੱਗੇ, ਜਲ ਥਲ ਮਹੀਅਲ ਪੂਰਿਆ ਰੱਬਿਆ ਵਿੱਚ ਬਣਾ। ਉਹ ਅਕਾਲ ਪੁਰਖ ਵਾਹਿਗੁਰੂ ਤਾਂ ਜਲ ਥਲ ਮਹੀਅਲ ਆਕਾਸ਼ ਪੂਰਿਆ ਦਾ ਅਰਥ ਸਮਾਇਆ ਹੋਇਆ, ਰੱਬਿਆ ਵਿੱਚ ਬਣਾ। ਜੰਗਲਾਂ ਵਿੱਚ ਹਰ ਥਾਂ ਤੇ ਉਹ ਰੱਬਿਆ ਹੋਇਆ, ਸਮਾਇਆ ਹੋਇਆ, ਹਰ ਇੱਕ ਥਾਂ ਤੇ ਮੌਜੂਦ ਹੈ। ਸੋ ਪ੍ਰਭ ਚਿਤਨਾ, ਤੈਨੂੰ ਉਹ ਪ੍ਰਭੂ ਵੀ ਚੇਤੇ ਨਹੀਂ ਆਉਂਦਾ। ਇੱਕ ਗੱਲ ਯਾਦ ਰੱਖਣਾ, ਕਿਸੇ ਪੀਰ ਦੀ ਮਜ਼ਾਰ ਇੱਕ ਥਾਂ ਤੇ ਹੋ ਸਕਦੀ ਹੈ, ਕੋਈ ਸ਼ਨੀ ਦਾ ਮੰਦਿਰ ਇੱਕ ਥਾਂ ਤੇ ਹੋ ਸਕਦਾ ਹੈ, ਪਰ ਜਿਸ ਰੱਬ ਨਾਲ ਤੈਨੂੰ ਗੁਰੂ ਨਾਨਕ ਜੋੜਨਾ ਚਾਹੁੰਦਾ, ਉਹ ਰੱਬ ਤਾਂ ਹਰ ਥਾਂ ਤੇ ਹੈ। ਉਸਦੇ ਨਾਲ ਤੇਰੇ ਕੋਲ ਪਿਆਰ ਨਹੀਂ ਬਣਦਾ। ਤੂੰ ਇੱਕ ਥਾਂ ਤੇ ਨਾਲ ਜੁੜਿਆ, ਪਰ ਜਿਹੜਾ ਕਿ ਹਰ ਇੱਕ ਥਾਂ ਤੇ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਹਰ ਘਟ ਵਿੱਚ ਵਸ ਰਿਹਾ ਹੈ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਉਹ ਸਾਰਿਆਂ 'ਚ ਪਸਰਿਆ ਹੋਇਆ ਹੈ। ਸਾਹਿਬ ਕਹਿੰਦੇ ਤੈਨੂੰ ਉਹ ਕਿਉਂ ਨਹੀਂ ਚੇਤੇ ਆਉਂਦਾ? ਇੱਕ ਗੱਲ ਯਾਦ ਰੱਖੀ, ਸੋ ਪ੍ਰਭ ਚਿਤ ਨਾ ਆਵੇ। ਜੇ ਉਹ ਪਰਮਾਤਮਾ ਯਾਦ ਨਹੀਂ ਆਉਂਦਾ, ਚਿਤ ਨਹੀਂ ਆਉਂਦਾ, ਕਿਤੜਾ ਦੁੱਖ ਗਣਾ, ਕਿੰਨਾ ਕੋ ਵੱਡਾ ਦੁੱਖ ਹੈ, ਹਰ ਕਹਿੰਦੇ ਗਿਣਿਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਉਹ ਰੱਬ ਚੇਤੇ ਨਹੀਂ ਆਉਂਦਾ ਨਾ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਉਦੋਂ ਹੀ ਹੈ ਜਦੋਂ ਰੱਬ ਭੁੱਲਦਾ ਹੈ। ਰੱਬ ਚੇਤੇ ਤੇ ਦੁੱਖ ਨਾ ਹੀ ਸਭ ਸੁਖੀ ਹੈ ਰੇ, ਫਿਰ ਕੋਈ ਦੁੱਖ ਹੈ ਹੀ ਨਹੀਂ ਹੈ। ਕਿੰਨੀ ਪਿਆਰੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਮਕਸ਼ ਰੱਖੀ। ਸਾਹਿਬ ਅੱਗੇ ਬਚਨ ਕਰਦੇ ਨੇ, ਆਖਣ ਲੱਗੇ, ਜਿਨੀ ਰਾਵਿਆ ਸੋ ਪ੍ਰਭੂ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਜੀ ਨੂੰ ਮਾਣਿਆ, ਤਿੰਨਾ ਭਾਗ ਮਾਣਾ। ਉਹਨਾਂ ਦੇ ਭਾਗ ਬਹੁਤ ਵੱਡੇ ਨੇ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਮਾਣਿਆ, ਵਾਹਿਗੁਰੂ ਜੀ ਦਾ ਆਨੰਦ ਮਾਣਿਆ, ਵਾਹਿਗੁਰੂ ਨਾਲ ਜਿਹੜੇ ਜੁੜੇ, ਕਹਿੰਦੇ ਮਹਾਰਾਜ ਕਹਿੰਦੇ ਉਹਨਾਂ ਦੇ ਬਹੁਤ ਵੱਡੇ ਭਾਗ ਨੇ। ਆਖਣ ਲੱਗੇ, ਹਰ ਦਰਸ਼ਨ ਕੋ ਮਨ ਲੋਚਦਾ। ਇਹ ਸਾਰੀਆਂ ਗੱਲਾਂ ਸੁਣ ਕੇ ਮਹਾਰਾਜ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰਾ ਵੀ ਹਰੀ ਪਰਮਾਤਮਾ ਦੇ ਦਰਸ਼ਨ ਕਰਨ ਨੂੰ ਮਨ ਲੋਚਦਾ ਹੈ, ਮਨ ਇੱਛਦਾ ਹੈ। ਵੀ ਜਿਨ੍ਹਾਂ ਨੇ ਵਾਹਿਗੁਰੂ ਨੂੰ ਮਾਣਿਆ, ਉਹਨਾਂ ਨੂੰ ਕੀ ਕੁਛ ਮਿਲਿਆ? ਮੇਰੇ ਮਨ 'ਚ ਵੀ ਤਾਂ ਤਾਂਘ ਪੈਦਾ ਹੋਈ ਵੀ ਮੈਂ ਵੀ ਤਾਂ ਇੱਦਾਂ ਵਾਹਿਗੁਰੂ ਨੂੰ ਮਿਲਾਂ। ਲੋਚਾ ਪੈਦਾ ਹੋ ਗਈ। ਸਾਹਿਬ ਕਹਿਣ ਲੱਗੇ, ਕਹਿੰਦੇ ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਹੈ ਨਾਨਕ, ਮੇਰੇ ਮਨ ਵਿੱਚ ਵੀ ਪਿਆਸ ਹੈ ਕਿ ਮੈਂ ਉਸ ਵਾਹਿਗੁਰੂ ਜੀ ਦੇ ਦੀਦਾਰ ਕਰਾਂ, ਵਾਹਿਗੁਰੂ ਜੀ ਦੇ ਦਰਸ਼ਨ ਕਰਾਂ। ਤੇ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਇਨ ਲਗਾ। ਮਹਾਰਾਜ ਕਹਿੰਦੇ ਚੇਤ ਦੇ ਮਹੀਨੇ ਰਾਹੀਂ, ਸੋ ਦਾ ਅਰਥ ਹੈ ਉਹ ਪ੍ਰਭੂ ਨੂੰ ਜਿਹੜਾ ਮੈਨੂੰ ਮਿਲਾ ਦੇ, ਜਿਹੜਾ ਵੀ ਮੈਨੂੰ ਮਿਲ ਜਾਏ। ਐਸਾ ਕੋਈ ਰੱਬ ਦਾ ਪਿਆਰਾ ਜਿਹੜਾ ਮੈਨੂੰ ਪਰਮੇਸ਼ਰ ਨਾਲ ਜੋੜ ਦੇਵੇ। ਤਿਸ ਕਹਿ ਪਾਇਨ ਲਗਾ, ਮੈਂ ਉਹਦੇ ਪੈਰੀ ਲੱਗਾ, ਉਹਦੇ ਚਰਨੀ ਲੱਗਾ, ਉਸ ਮਨੁੱਖ ਦੇ ਪੈਰੀ ਪਵਾਂ ਜਿਹੜਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦੇਵੇ, ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਇਹ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਆਈ ਜੀ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਹੋਂ ਵਕੋ ਸਭ ਰਸਨਾ ਦੀਜੈ ਪ੍ਰਾਣ ਅਕੋਰ। ਇੱਥੇ ਤੱਕ ਕਹਿ ਦਿੱਤਾ ਸਤਿਗੁਰ ਨੇ, ਮੈਂ ਤਾਂ ਆਪਣੇ ਪ੍ਰਾਣ ਅਕੋਰ ਦਾ ਅਰਥ ਹੈ ਭੇਟਾ ਕਰਦੇ ਹਾਂ। ਮੈਂ ਤਾਂ ਆਪਣੇ ਸਵਾਸ ਵੀ ਭੇਟਾ ਕਰ ਸਕਦਾ। ਜੇ ਮੈਨੂੰ ਕੋਈ ਰੱਬ ਨਾਲ ਮਿਲਾਉਣ ਵਾਲਾ ਮਿਲ ਜਾਏ ਤੇ ਮੈਂ ਆਪਣੇ ਪ੍ਰਾਣ ਵੀ ਕੱਢ ਕੇ ਆਪਣੀ ਜਿੰਦ ਉਸ ਦੇ ਅੱਗੇ ਵਾਰ ਸਕਦਾ, ਜਿਹੜਾ ਮੈਨੂੰ ਰੱਬ ਦੇ ਨਾਲ ਜੋੜ ਦੇਵੇ। ਗੁਰੂ ਸਾਹਿਬ ਜੀ ਨੇ ਇਤਨੀ ਵੱਡੀ ਵਡਿਆਈ ਬਖਸ਼ੀ ਮੇਰੇ ਮਾਲਕ ਨੇ। ਇਸ ਕਰਕੇ ਸਤਿਗੁਰ ਨੇ ਮੇਰੇ ਅੰਦਰ ਵੀ ਉਸਦੇ ਦਰਸ਼ਨਾਂ ਦੀ ਲੋਚਾ ਹੈ, ਪਿਆਸ ਹੈ। ਚੇਤ ਦੇ ਮਹੀਨੇ ਰਾਹੀਂ ਜਿਹੜਾ ਵੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਦੇਵੇ, ਮੈਂ ਉਹਦੇ ਚਰਨੀ ਲਗਾ। ਜਿਹੜਾ ਵੀ ਉਹਦੀ ਸੋਚ ਸਮਝ ਦੇਵੇ, ਉਹਦੇ ਬਾਰੇ ਦੱਸੇ, ਹਰ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ। ਉਹ ਯਾਦ ਰੱਖਣਾ ਕਿ ਜਦੋਂ ਅਸੀਂ ਸਤਸੰਗਤ ਵਿੱਚ ਆਵਾਂਗੇ, ਇਸ ਸਤਸੰਗਤ ਦੀ ਬਰਕਤ ਨਾਲ, ਜੁੜੇ ਹੋਇਆਂ ਦੀ ਬਰਕਤ ਦੇ ਨਾਲ, ਤੁਹਾਡੇ ਵਿੱਚੋਂ ਕਿਤਨੀਆਂ ਰੂਹਾਂ ਮੇਰੇ ਮਾਲਕ ਦੇ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਲਾਗ ਦੇ ਨਾਲ ਅਸੀਂ ਵੀ ਜੁੜ ਜਾਵਾਂਗੇ। ਇਸ ਕਰਕੇ ਹੀ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਸੰਗਤ 21 ਵਿਸਵੇ ਹੈ। ਸੰਗਤ ਨੂੰ ਮਹਾਨਤਾ ਦਿੱਤੀ ਹੈ। ਪਤਾ ਨਹੀਂ ਕਿਤਨੀ ਜੁੜੀ ਰੂਹਾਂ ਇਹਦੇ ਵਿੱਚ ਬੈਠੀਆਂ ਨੇ। ਇਹਨਾਂ ਦੀ ਬਰਕਤ ਦੇ ਨਾਲ ਅਸੀਂ ਜੁੜ ਸਕਦੇ ਹਾਂ ਗੁਰੂ ਨਾਨਕ ਦੇ ਨਾਲ, ਉਸ ਪਰਮੇਸ਼ਰ ਦੇ ਨਾਲ ਜਿਹਦੇ ਨਾਲ ਉਹ ਵਿਛੜੇ ਹੋਏ ਹਾਂ, ਉਹਦੇ ਨਾਲ ਮਿਲ ਜਾਵਾਂਗੇ।
ਜੇ ਟਹਿਣੀ ਕਿਤੇ ਕਈ ਵਾਰੀ ਰੁੱਖ ਦੀ ਜੁਦਾ ਹੋ ਜਾਂਦੀ ਹੈ, ਪਰ ਥੋੜ੍ਹੀ ਬਹੁਤ ਵੀ ਕਿਤੇ ਉਹਦਾ ਲੱਗੀ ਹੋਵੇ ਨਾ, ਤੇ ਉਸ ਨੂੰ ਦੁਬਾਰਾ ਬੰਨ੍ਹ ਦਈਏ ਨਾ ਉਸ ਰੁੱਖ ਦੇ ਨਾਲ, ਸੱਜ ਜਾਣਾ, ਉਹ ਫਿਰ ਹਰੀ ਭਰੀ ਹੋ ਜਾਂਦੀ ਹੈ। ਆਪਣੇ ਜੀਵਨ 'ਚ ਮੈਂ ਬੜਾ ਛੋਟਾ ਸਾਂ, ਇੱਕ ਵਾਰੀ ਇੱਕ ਟਹਿਣੀ ਮੈਨੂੰ ਹੱਥ ਲੱਗੀ, ਨਿੰਬ ਦੀ ਜੜ ਕੋਈ ਨਹੀਂ ਸੀ, ਤੇ ਮੈਂ ਉਸ ਨੂੰ ਲਾ ਰਿਹਾ ਸੀ, ਤੇ ਘਰ ਦੇ ਕਹਿਣ ਲੱਗੇ ਇਹ ਟਹਿਣੀ ਹਰੀ ਕਿਵੇਂ ਹੋ ਸਕਦੀ ਹੈ, ਇਹਦੇ ਕੋਲ ਜੜ ਹੀ ਨਹੀਂ ਹੈ। ਬਰਸਾਤ ਦੇ ਦਿਨ ਪਤਾ ਨਹੀਂ ਗੁਰੂ ਨਾਨਕ ਦੀ ਕਿਰਪਾ, ਉਹ ਟਹਿਣੀ ਲਾ ਦਿੱਤੀ, ਇਤਨਾ ਵੱਡਾ ਰੁੱਖ ਬਣਿਆ। ਸਾਰੇ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ। ਬਹੁਤ ਛੋਟਾ ਸਾਂ ਮੈਂ, ਟਹਿਣੀ ਟੁੱਟੀ ਹੋਈ ਰਸਤੇ ਵਿੱਚ ਪਈ ਸੀ, ਮੈਂ ਉਹ ਚੱਕੀ ਔਰ ਮੈਂ ਉਹਨੂੰ ਕੱਢਣੀ ਸ਼ੁਰੂ ਕਰਦੇ, ਕਹਿੰਦੇ ਵੀ ਜੜ ਕੋਈ ਹੈ ਨਹੀਂ, ਤੇ ਕਦੀ ਹਰੀ ਨਹੀਂ ਹੋ ਸਕਦੀ। ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਗੁਰੂ ਨਾਨਕ ਕਿੱਥੇ ਕਿੱਥੇ ਹਰਾ ਕਰ ਦਿੰਦਾ। ਤੁਸੀਂ ਰੋਜ਼ ਪੜ੍ਹਦੇ ਹੋ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਉਹ ਸੁੱਕੇ ਲੱਕੜਾਂ ਨੂੰ ਹਰੇ ਕਰ ਸਕਦਾ, ਉਹ ਤਾਂ ਫਿਰ ਗਿੱਲੀ ਟਹਿਣੀ ਸੀ। ਔਰ ਮੈਂ ਉਸ ਮਾਲਕ ਦੇ ਕੌਤਕ ਵੇਖੇ। ਇੱਕ ਵਾਰੀ ਕਿਸੇ ਦੀ ਮੱਕੀ ਸੀ, ਉਹਦੇ ਵਿੱਚ ਚਲੇ ਗਏ, ਉਹਨਾਂ ਨੇ ਸੁੱਕੇ ਲੱਕੜ ਗੱਡੇ ਹੋਏ ਸਨ, ਜਿਹੜਾ ਕਿ ਰਖਾਣ ਵਾਸਤੇ ਉਹ ਬਣਾਉਂਦੇ ਨਾ, ਅੰਗੂੜਾ ਜਿਹਾ ਬਣਾਉਂਦੇ ਖੇਤਾਂ ਦੇ ਵਿੱਚ। ਤੇ ਉਹ ਉੱਥੇ ਜਦੋਂ ਗਏ ਤਾਂ ਬਰਸਾਤ ਦੇ ਦਿਨਾਂ ਤੋਂ ਬਾਅਦ ਉਹ ਸੁੱਕੀ ਹੋਈ ਲੱਕੜ ਜਿਹੜੀ ਗੱਡੀ ਸੀ, ਕਈ ਸਾਲ ਤੋਂ ਇੱਦਾਂ ਹੀ ਪਿਆ ਹੋਇਆ ਸੀ ਰੁੱਖ, ਉਹ ਗੱਡ ਕੇ ਉਹਨਾਂ ਨੇ ਉਹ ਆਲਣਾ ਜਿਹਾ ਪਾ ਕੇ ਜੋ ਰਖਾਣ ਵਾਸਤੇ ਮੱਕੀ ਨੂੰ ਰਾਖੀ ਕਰਨ ਵਾਸਤੇ ਬਣਾਉਂਦੇ ਨੇ। ਤੇ ਜਦੋਂ ਮੈਂ ਦੇਖਿਆ, ਮੈਂ ਕਹਿੰਦਾ ਮਾਲਕ ਤੇਰੀ ਕੁਦਰਤ ਕਿਤਨੀ ਮਹਾਨ ਹੈ। ਸੁੱਕੀ ਲੱਕੜ 2 ਸਾਲ ਤੋਂ ਪਈ ਹੋਣੀ ਹੈ, ਔਰ ਇਹ ਹੁਣ ਗੱਡ ਦਿੱਤੀ ਹੈ, ਬਰਸਾਤਾਂ ਹੋਈਆਂ ਹਰੀ ਹੋ ਗਈ। ਇਹ ਮਹਾਰਾਜ ਦੀਆਂ ਖੇਡਾਂ। ਉਹ ਸੁੱਕੇ ਲੱਕੜ ਮੇਰੇ ਅੱਖਾਂ ਦੇ ਸਾਹਮਣੇ ਇਹ ਘਟਨਾ ਵਾਪਰੀ। ਸੁੱਕੇ ਲੱਕੜ ਵੀ ਹਰੇ ਕਰ ਸਕਦਾ। ਬਾਣੀ ਦੇ ਉੱਤੇ ਯਕੀਨ ਕਰਿਆ ਕਰੋ। ਸਾਡੇ ਹਿਰਦੇ ਸੁੱਕੇ ਨੇ, ਇਹਨਾਂ ਨੂੰ ਵੀ ਹਰੇ ਕਰ ਦੇਗਾ ਗੁਰੂ ਨਾਨਕ। ਸੋ ਅੱਜ ਦੇ ਦੀਵਾਨਾਂ 'ਚ ਇਤਨੇ ਵਿਚਾਰ ਪ੍ਰਵਾਨ ਕਰ ਲੈਣਾ। ਚੇਤ ਦੇ ਮਹੀਨੇ ਵਿੱਚ ਸਤਿਗੁਰ ਕਿਰਪਾ ਕਰਨ, ਕਿਉਂਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਸਤਿਗੁਰੂ ਹੀ ਸਾਡਾ ਮਿਲਾਪ ਦਾ ਇੱਕ ਵਸੀਲਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਫੜੋ, ਗੁਰੂ ਸਾਹਿਬ ਦੇ ਚਰਨੀ ਲੱਗੋ। ਗੁਰੂ ਗ੍ਰੰਥ ਸਾਹਿਬ ਨੇ ਹੀ ਸਾਨੂੰ ਪਰਮਾਤਮਾ ਨਾਲ ਮਿਲਾਉਣਾ ਹੈ, ਵਾਹਿਗੁਰੂ ਨਾਲ ਜੋੜਨਾ ਹੈ। ਔਰ ਜਿਸ ਤਰ੍ਹਾਂ ਜੁੜ ਜਾਵਾਂਗੇ, ਹੋਵੇ ਆਨੰਦ ਕੰਨਾਂ ਦੀ ਦਾਤ ਸਾਨੂੰ ਮਿਲ ਜਾਏਗੀ। ਸੋ ਇਤਨੇ ਬਚਨ ਪ੍ਰਵਾਨ। ਮੈਂ ਬਹੁਤ ਛੇਤੀ ਵਿਆਖਿਆ ਕੀਤੀ ਹੈ, ਕਿਉਂਕਿ ਅੱਗੇ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੀ ਸਹਿਜ ਪਾਠ ਦੇ ਭੋਗ ਸੰਗਤੀ ਰੂਪ 'ਚ ਪਾਣੇ ਨੇ। ਜਿਨ੍ਹਾਂ ਨੇ ਪਿਛਲੇ ਸਾਲ ਸ੍ਰੀ ਸਹਿਜ ਪਾਠ ਰੱਖੇ ਸਨ, ਸੋ ਉਹਨਾਂ ਦੇ ਇਸ ਵੇਲੇ ਆਪਾਂ ਸੰਗਤੀ ਰੂਪ ਦੇ ਵਿੱਚ ਭੋਗ ਪੈਣਗੇ। ਉਪਰੰਤ ਨਾਨਕ ਸਾਹਿਬ ਸੰਮਤ ਦੇ ਆਗਮਨ ਨੂੰ ਮੁੱਖ ਰੱਖ ਕੇ ਸਹਿਜ ਪਾਠਾਂ ਦੀ ਆਰੰਭਤਾ ਹੋਏਗੀ। ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ, ਜਿਨ੍ਹਾਂ ਨੇ ਭੋਗ ਪਾਣੇ ਨੇ, ਔਰ ਸੰਗਤਾਂ ਵੀ, ਔਰ ਜਿਨ੍ਹਾਂ ਨੇ ਅੱਗੇ ਰੱਖਣੇ ਨੇ, ਸਮੂਹਿਕ ਅਰਦਾਸ ਹੋਏਗੀ ਸਾਰਿਆਂ ਦੀ। ਆਪਣੇ ਮਨ ਦੇ ਵਿੱਚ ਸੋਚ ਲੈਣਾ ਵੀ ਅਸੀਂ ਸਹਿਜ ਪਾਠ ਰੱਖਣ ਲੱਗੇ। ਮਨੋ ਮਨ ਸਾਰਿਆਂ ਨੇ ਅਰਦਾਸ ਕਰਨੀ ਹੈ ਕਿ ਅਸੀਂ ਸਹਿਜ ਪਾਠ ਆਰੰਭ ਕਰਨੇ ਨੇ। ਔਰ 5 ਪੌੜੀਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਪੜ੍ਹੀ ਜਾਣਗੀਆਂ। ਉਸ ਤੋਂ ਉਪਰੰਤ ਘਰ ਜਾ ਕੇ ਆਪ ਜੀ ਨੇ ਪੋਥੀ ਸਾਹਿਬ ਤੋਂ ਉਹ ਪਾਠ ਕਰਨੇ ਨੇ। ਅਸੀਂ ਇਸ ਸਥਾਨ 'ਤੇ ਯਤਨ ਕੀਤਾ ਹੈ ਵੀ ਆਪਾਂ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ, ਸਹਿਜ ਪਾਠ ਕਰੀਏ। ਕਿਉਂਕਿ ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਇਹ ਇੱਕ ਤਰੀਕਾ ਹੈ ਪਰਮਾਤਮਾ ਨੂੰ ਮਿਲਣ ਦਾ, ਇਸ ਨਾਮ ਨੂੰ ਬਿਲੋਵਣ ਦਾ, ਨਾਮ ਨੂੰ ਰਿੜਕਣ ਦਾ। ਉਸ ਦੇ ਨਾਲ ਅਸੀਂ ਸਹਿਜ ਬੁਲਾਵਾਂਗੇ, ਸਹਿਜ ਪਾਠ ਕਰਾਂਗੇ। ਸਹਿਜ ਕਰਦੇ ਇੱਕ ਦਿਨ ਸਹਿਜੇ ਉਹ ਮੰਜ਼ਿਲ ਮਿਲ ਜਾਏਗੀ, ਜਿਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖਾ ਜੀਵਨ ਮਿਲਿਆ। ਸੋ ਆਓ ਹੁਣ ਸਹਿਜ ਪਾਠਾਂ ਦੇ ਭੋਗ। ਇਤਨੀਆਂ ਬੇਨਤੀਆਂ ਪ੍ਰਵਾਨ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਕੇ ਬਚਨ ਹਿਰਦੇ 'ਚ ਵਸਾਣਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।